ਅੱਛਾ ਵੀ ਬੱਚੋ, ਮੈਂ ਤੁਹਾਨੂੰ ਕਹਾਣੀ ਸੁਣਾਉਣਾ। ਇੱਕ ਰਾਜਾ ਤੇ ਰਾਣੀ ਸੀ। ਉਹਨਾਂ ਦੀ ਇੱਕੋ ਇੱਕ ਲੜਕੀ ਸੀ। ਕੁਛ ਦਿਨ ਪਾ ਕੇ ਜਵਾਨ ਹੋਈ। ਜਵਾਨ ਹੋਈ ਤੇ ਉਹਨਾਂ ਨੇ ਰਾਜਾ ਤੇ ਰਾਣੀ ਨੇ ਰਾਏ ਕੀਤੀ ਕਿ ਆਪਣੀ ਲੜਕੀ ਜਵਾਨ ਹੋ ਗਈ, ਕੋਈ ਰਿਸ਼ਤਾ ਲੱਭ ਕੇ ਤੇ ਆਪਾਂ ਇਹਦੇ ਹੱਥ ਪੀਲੇ ਕਰ ਦਈਏ। ਤਾਂ ਰਾਜਾ ਕਹਿਣ ਲੱਗਾ ਜੀ ਠੀਕ ਹੈ। ਰਾਣੀ ਕਹਿਣ ਲੱਗੀ ਵੀ ਰਾਜਾ ਆਪਾਂ ਕੋਈ ਪਹਿਲਾਂ ਪੰਡਤ ਲਿਆਈਏ ਤੇ ਉਦੋਂ ਆਪਾਂ ਲੜਕੀ ਦੇ ਸੰਯੋਗ ਪੁੱਛੀਏ ਵੀ ਜਾਂ ਚੰਗੇ ਜਾਂ ਮਾੜੇ, ਵੀ ਕਿਸ ਤਰ੍ਹਾਂ ਲੜਕੀ ਦੇ ਸੰਯੋਗ ਰਹਿਣਗੇ। ਉਹਨਾਂ ਨੇ ਪੰਡਤ ਨੂੰ ਬੁਲਾਇਆ ਤਾਂ ਪੰਡਤ ਨੇ ਜੰਤਰੀ ਖੋਲ੍ਹੀ। ਖੋਲ੍ਹ ਕੇ ਜੰਤਰੀ ਦੇਖ ਕੇ ਤਾਂ ਪੰਡਤ ਚੁੱਪ ਕਰ ਗਿਆ। ਜਦੋਂ ਚੁੱਪ ਕਰ ਗਿਆ ਤਾਂ ਪੰਡਤ ਨੂੰ ਰਾਜਾ ਕਹਿਣ ਲੱਗਾ ਵੀ ਰਾਜਾ ਦੱਸੋ ਅੱਗੇ ਤੁਸੀਂ ਚੁੱਪ ਕਿਉਂ ਕਰ ਗਏ, ਕੋਈ ਗੱਲ ਦੱਸੋ ਵੀ ਲੜਕੀ ਦੇ ਸੰਯੋਗ ਕਿਸ ਤਰ੍ਹਾਂ। ਤਾਂ ਪੰਡਤ ਕਹਿਣ ਲੱਗਾ ਮਹਾਰਾਜ ਰਾਜਾ ਮੂੰਹ ਛੋਟਾ ਗੱਲ ਵੱਡੀ ਆ, ਕੁਛ ਕਹਿਣ ਨੂੰ ਜੀ ਨਹੀਂ ਕਰਦਾ। ਕਿਉਂ ਪੰਡਤ ਨੂੰ ਇਹ ਕਹਿ ਕੇ ਰਾਜਾ ਮੈਨੂੰ ਪਤਾ ਨਹੀਂ ਕੀ ਸਜ਼ਾ ਦਊਗਾ। ਕਹਿੰਦਾ ਰਾਜਾ ਕਹਿੰਦਾ ਜੀ ਨਹੀਂ ਪੰਡਤ ਜੀ ਤੁਸੀਂ ਦੱਸੋ। ਉਹ ਕਹਿੰਦਾ ਜੀ ਫਿਰ ਆਪਣੀ ਲੜਕੀ ਦੇ ਸੰਯੋਗ ਬਘਿਆੜ ਨਾਲ ਲਿਖੇ ਹੋਏ ਆ। ਤਾਂ ਉਹਨੇ ਕਿਹਾ ਜੀ ਚਲੋ ਜੇ ਬਘਿਆੜ ਨਾਲ ਲਿਖਿਆ ਤਾਂ ਜੀ ਬਘਿਆੜ ਨਾਲ ਹੀ ਹੋਣਗੇ, ਇਹਦੇ 'ਚ ਆਪਾਂ ਕੀ ਕਰ ਸਕਦੇ ਹਾਂ। ਤਾਂ ਉਦੋਂ ਪੰਡਤ ਨੂੰ ਘੱਲਦੇ ਹੁੰਦੇ ਸੀ ਵੀ ਜਾ ਰਿਸ਼ਤਾ ਦੇਖ ਕੇ ਰੁਪਈਆ ਦੇ ਕੇ ਵੀ ਜਿੱਥੇ ਤੈਨੂੰ ਚੰਗਾ ਲੱਗੇ ਭਾਈ ਕਿ ਤੂੰ ਕਰਿਆ ਜਾ ਕੇ। ਉਹਨਾਂ ਨੇ ਕੀਤਾ ਜੀ, ਪੰਡਤ ਨੂੰ ਭੇਜ ਦਿੱਤਾ। ਜਦੋਂ ਪੰਡਤ ਗਿਆ ਤੁਰਿਆ ਜਾਂਦਾ ਤੇ ਅੱਗੇ ਜੰਗਲ ਦੇ ਵਿੱਚ ਜਦੋਂ ਗਿਆ ਤਾਂ ਅੱਗੇ ਬਘਿਆੜ ਬੈਠਾ ਹੋਇਆ। ਤਾਂ ਪੰਡਤ ਨੂੰ ਪੁੱਛਣ ਲੱਗਿਆ, ਕਹਿੰਦਾ ਪੰਡਤ ਜੀ ਤੁਸੀਂ ਕਿੱਥੇ ਜਾਂਦੇ ਹੋ। ਕਹਿੰਦਾ ਬਈ ਮੈਂ ਤਾਂ ਲੜਕੀ ਦਾ ਰਿਸ਼ਤਾ ਕਰਨ ਚੱਲਿਆ। ਤਾਂ ਬਘਿਆੜ ਕਹਿੰਦਾ ਵੀ ਪੰਡਤ ਜੀ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਰਿਸ਼ਤਾ ਮੈਨੂੰ ਕਰ ਜਾਓ ਤੁਸੀਂ। ਉਹਨੇ ਕਿਹਾ ਵੀ ਚਲੋ ਇੱਦੋਂ ਹੁਣ ਆਪਾਂ ਕਿੱਥੇ ਪਕਾਈ ਕਰਾਂਗੇ ਅਤੇ ਇੱਦੋਂ ਚੰਗਾ ਕੀ ਹੈ। ਅਤੇ ਆਪਾਂ ਜੇ ਜਦੋਂ ਸੰਯੋਗ ਹੀ ਇਹਦੇ ਬਘਿਆੜ ਨਾਲ ਹੈ ਤਾਂ ਹੋਣਗੇ ਹੀ। ਤਾਂ ਉਹਨਾਂ ਨੇ ਜੀ ਉਹਨੂੰ ਬਘਿਆੜ ਨੂੰ ਰੁਪਈਆ ਫੜਾਇਆ ਅਤੇ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤਾਂ ਉਹਨਾਂ ਨੇ ਪੁੱਛਿਆ ਕਿਉਂ ਪੰਡਿਤ ਜੀ। ਉਹਦੇ ਨਾਲ ਦਿਨ ਵਾਰ ਤਰੀਕ ਸਭ ਕੁਛ ਬਰਾਤ ਦੀ ਕਰਿਆ ਪੱਕੀ ਵੀ ਫਲਾਨੀ ਤਰੀਕ ਨੂੰ ਫਲਾਨੀ ਬਰਾਤ ਫਲਾਨੇ ਦਿਨ ਬਰਾਤ ਆ ਜੇ। ਤਾਂ ਚਲੋ ਜੀ ਕਰਕੇ ਸਾਰਾ ਕੁਛ ਪੱਕਾ ਪੰਡਤ ਘਰੇ ਆਇਆ ਤਾਂ ਕਹਿਣ ਲੱਗੇ ਪੰਡਿਤ ਜੀ ਦੱਸੋ ਕਰਿਆ ਰਿਸ਼ਤਾ। ਕਹਿੰਦਾ ਜੀ ਕਰਿਆ ਆ ਅਤੇ ਬਰਾਤ ਕੱਲ੍ਹ ਨੂੰ ਤੇਰੇ ਰਿਸ਼ਤੇਦਾਰ ਤੁਹਾਡੇ ਕੁਛ ਕਹਿਣ ਜਾਂ ਕਿਵੇਂ ਅਤੇ ਭਾਈ ਰਿਸ਼ਤਾ ਬਘਿਆੜਾਂ ਨਾਲ ਰਿਸ਼ਤਾ ਹੋਇਆ ਅਤੇ ਬਘਿਆੜ ਹੀ ਬਰਾਤ ਦੇ ਵਿੱਚ ਆਉਣਗੇ, ਕੋਈ ਬੰਦਾ ਨਹੀਂ ਆਊਗਾ। ਉਹ ਕਹਿੰਦੇ ਜੀ ਚਲੋ ਠੀਕ ਹੈ। ਉਹਨਾਂ ਨੇ ਆਪਦਾ ਪ੍ਰਬੰਧ ਕੀਤਾ। ਵਿਆਹ ਦੇ ਦਿਨ ਨੇੜੇ ਆ ਗਏ। ਚੰਗਾ ਉਹਨਾਂ ਨੇ ਮਠਿਆਈਆਂ ਪਕਾਈਆਂ, ਬੜਾ ਕੁਛ ਕੀਤਾ, ਮੇਜ਼ ਕੁਰਸੀਆਂ ਟੈਂਟ ਲਗਾਏ ਅਤੇ ਬੜਾ ਕੁਛ ਕੀਤਾ। ਅਤੇ ਬਾਈ ਬਘਿਆੜਾਂ ਦੀ ਬਰਾਤ ਆ ਗਈ। ਜਦੋਂ ਬਘਿਆੜਾਂ ਦੀ ਬਰਾਤ ਆਈ ਅਤੇ ਸਾਰੇ ਰਿਸ਼ਤੇਦਾਰ ਜਿੰਨੇ ਨਾਰਾਜ਼ ਹੋ ਗਏ ਤਾਂ ਕਹਿੰਦਾ ਵੀ ਇਹਦੇ ਨਾਲੋਂ ਤਾਂ ਕਿਸੇ ਗਰੀਬ ਨਾਲ ਸ਼ਾਦੀ ਕਰਨ ਦਾ ਤਾਂ ਉਹ ਚੰਗੀ ਸੀ ਅਤੇ ਬਘਿਆੜ ਤਾਂ ਲੜਕੀ ਨੂੰ ਖਾ ਜਾਣਗੇ, ਜਾਨਵਰ ਛੱਡਦੇ ਆ। ਤਾਂ ਬਈ ਜਦੋਂ ਤੋਰਾ ਤਰਾਈ ਬਘਿਆੜਾਂ ਨੇ ਖਾਧਾ ਪੀਤਾ, ਜੋ ਕੁਛ ਉਹਨਾਂ ਨੇ ਬਣਾਇਆ ਖਾ ਪੀਤਾ, ਤਾਂ ਆਨੰਦ ਕਾਰਜ ਹੋ ਗਏ। ਤਾਂ ਤੋਰਾ ਤਰਾਈ ਹੋਈ ਤਾਂ ਕਹਿਣ ਲੱਗੇ ਵੀ ਚਲੋ ਕੋਈ ਭਰਾ ਚਾਚੇ ਤਾਇਆਂ 'ਚੋਂ ਕੋਈ ਕਿਵੇਂ ਲੜਕੀ ਦੇ ਨਾਲ ਜਾਣ ਵਾਸਤੇ ਬਈ ਤਿਆਰ ਹੋ। ਜਿੰਨੇ ਵੀ ਸੀ ਸਭ ਜਵਾਬ ਦੇ ਗਏ। ਕਹਿੰਦੇ ਬਈ ਲੜਕੀ ਦੀ ਤਾਂ ਕਿਸਮਤ ਮਾੜੀ, ਇਹਨੂੰ ਤਾਂ ਖਾਣਾ ਹੀ ਖਾਣਾ ਅਤੇ ਅਸੀਂ ਮੌਤ ਦੇ ਮੂੰਹ ਦੇ ਵਿੱਚ ਕਿਉਂ ਜਾਈਏ ਬਈ, ਅਸੀਂ ਤਾਂ ਸਾਡਾ ਜਵਾਬ ਆ, ਅਸੀਂ ਨਹੀਂ ਜਾਂਦੇ। ਤਾਂ ਜੀ ਉਹਨਾਂ ਨੇ ਕੀ ਕੀਤਾ, ਫਿਰ ਪੰਡਤ ਦੀ ਗੱਲ ਆ ਗਈ। ਕਹਿੰਦਾ ਪੰਡਿਤ ਜੀ ਕੋਈ ਲੜਕੀ ਦੇ ਨਾਲ ਨਾ ਭਰਾ ਨਾ ਕੋਈ ਨਹੀਂ ਜਾ ਰਿਹਾ ਅਤੇ ਪੰਡਿਤ ਜੀ ਤੁਸੀਂ ਤਿਆਰ ਹੋ ਜਾਓ, ਤੁਹਾਨੂੰ ਜਾਣਾ ਪਏਗਾ। ਪੰਡਤ ਨੇ ਆਖਿਆ ਬਈ ਬੜੇ ਫਸੇ, ਜਦੋਂ ਅੱਗੇ ਤਾਂ ਬਚ ਕੇ ਆ ਗਏ ਸੀ ਅਤੇ ਹੁਣ ਕੀ ਪਤਾ ਛੱਡਣ, ਇੰਨੀ ਬਰਾਤ ਆ ਭਾਵੇਂ ਕੋਈ ਕਿੱਥੇ ਬਘਿਆੜਾਂ ਦੀ ਖਾ ਜਾਣ ਤਾਂ ਖਾ ਹੀ ਜਾਣ। ਲੈ ਜੀ ਬਘਿਆੜ ਜਦੋਂ ਉੱਥੇ ਪਹੁੰਚ ਗਏ, ਕੋਈ 2 ਕਿੱਲੇ ਪਿੱਛੇ ਹੀ ਜਿਹੜਾ ਬਘਿਆੜ ਬਰਾਤੀ ਸੀਗਾ ਜਿਹਦੇ ਬਰਾਤ ਵਿਆਹ ਕੇ ਲਿਆਇਆ ਸੀ, ਉਹ ਦੂਜੇ ਬਘਿਆੜਾਂ ਨੂੰ ਕਹਿਣ ਲੱਗਾ, ਕਹਿੰਦਾ ਵੀ ਦੋਸਤੋ ਭਰਾਵੋ ਹੁਣ ਤੁਸੀਂ ਖਾਧਾ ਪੀਤਾ, ਤੁਸੀਂ ਆਪਾਂ ਉਹਦੇ ਘਰੋਂ ਘਰ ਹੀ ਜਾਓ ਅਤੇ ਜਿੱਥੇ ਤੁਹਾਡਾ ਕੋਈ ਟਿਕਾਣਾ ਉੱਥੇ ਜਾਓ, ਜਿੱਥੇ ਸਾਡਾ ਟਿਕਾਣਾ ਅਸੀਂ ਜਾਂਦੇ ਹਾਂ। ਲੈ ਜੀ ਬਘਿਆੜ ਸਾਰੇ ਆਪਦਾ ਨਿਖੜ ਪੁਖੜ ਗਏ, ਜਿੱਥੇ ਜਿੱਥੇ ਉਹਨਾਂ ਦਾ ਕੋਈ ਟਿਕਾਣਾ ਸੀ ਚਲੇ ਗਏ। ਤਾਂ ਪੰਡਤ ਨੂੰ ਕਹਿਣ ਲੱਗਾ ਪੰਡਿਤ ਜੀ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਹੋਵੇ, ਲੜਕੀ ਨੂੰ ਮਿਲਣਾ ਹੋਵੇ ਤਾਂ ਮੈਂ ਤੁਹਾਨੂੰ ਇੱਥੇ ਹੀ ਮਿਲਾਂਗਾ, ਇੱਥੇ ਆ ਕੇ ਮੈਨੂੰ ਮਿਲਿਆ ਜੀ। ਤਾਂ ਪੰਡਿਤ ਕਹਿਣ ਲੱਗਾ ਜੀ ਚੰਗਾ ਮੈਨੂੰ ਇਜਾਜ਼ਤ ਦਿਓ ਮੈਂ ਜਾਵਾਂ। ਕਹਿੰਦਾ ਪੰਡਿਤ ਜੀ ਜੇ ਮੇਰੇ ਨਾਲ ਅੱਗੇ ਚੱਲਣ ਦਾ ਚੱਲ, ਅਤੇ ਜੇ ਤੂੰ ਇੱਥੋਂ ਮੁੜਨਾ ਤਾਂ ਉਹ ਕਹਿੰਦਾ ਜੀ ਮੈਂ ਗਾਂਹ ਜਾ ਕੇ ਕੀ ਕਰੂੰਗਾ, ਤੁਸੀਂ ਜਾਓ ਮੈਂ ਵਾਪਸ ਜਾਂਦਾ। ਬਗੈਰ ਉਹ ਆਪ ਡਰਦਾ ਸੀ ਪੰਡਿਤ ਵੀ ਹੁਣ ਲੜਕੀ ਨੂੰ ਉੱਥੇ ਜਾ ਕੇ ਖਾ ਜੂਗਾ ਸੁਰੰਗ ਦੇ ਵਿੱਚ ਅਤੇ ਮੈਨੂੰ ਤਾਂ ਆਪ। ਲੈ ਜੀ ਪੰਡਿਤ ਕਹਿੰਦਾ ਜੀ ਹੱਥ ਬੰਨ੍ਹ ਕੇ ਪੰਡਿਤ ਜੀ ਕਹਿੰਦਾ ਮੈਂ ਤਾਂ ਚੱਲਿਆ ਜੀ ਮਹਾਰਾਜ ਅਤੇ ਤੁਸੀਂ ਆਪਦਾ ਜਾਓ। ਉਹਨੂੰ ਪੰਡਿਤ ਉਹ ਕਹਿਣ ਲੱਗਿਆ ਜਿਹੜਾ
ਆਪਣਾ ਬਗਿਆੜ ਸੀ, ਕਹਿੰਦਾ ਲੈ ਭਾਗਵਾਨ ਨੇ ਕੋਈ ਡਰਨ ਦੀ ਕੋਈ ਲੋੜ ਨਹੀਂ, ਤੇ ਮੇਰੇ ਮਗਰ ਮਗਰ ਤੁਰੀ ਆ, ਡਰਨ ਦੀ ਤੈਨੂੰ ਕੋਈ ਲੋੜ ਨਹੀਂ। ਹੁਣ ਅਕਸਰ ਨੂੰ ਮਾਲਕ ਸੀ ਉਹਦਾ, ਵਿਆਹ ਕੇ ਲਿਆਂਦੀ ਸੀ ਉਹਨੇ, ਮਗਰ ਤੁਰਨਾ ਹੀ ਸੀ ਉਹਦੇ, ਤਾਂ ਉਹ ਜੀ ਮਗਰ ਤੁਰ ਪਈ। ਤੁਰਿਆ ਗਿਆ ਤੇ ਅੱਗੇ ਕੁਛ ਵਾਟ ਜਾ ਕੇ ਸੁਰੰਗ ਦੇ ਵਿੱਚ ਜਦੋਂ ਵੇਖਿਆ, ਚੰਗੀਆਂ ਸੜਕਾਂ ਬਣੀਆਂ ਹੋਈਆਂ, ਚੰਗੀ ਲਾਈਟ ਲੱਗੀ ਹੋਈ, ਤੇ ਘੋੜਾ ਖੜਾ ਉਹਨੇ ਜਿਹੜਾ ਮਤਲਬ ਭੇਸ ਸੀ ਉਹ ਬਘਿਆੜ ਵਾਲਾ ਉਤਾਰ ਦਿੱਤਾ, ਤੇ ਰਾਜਿਆਂ ਵਾਲੀ ਵਰਦੀ ਪਾਈ ਤੇ ਘੋੜੇ 'ਤੇ ਸਵਾਰ ਹੋ ਗਿਆ, ਤੇ ਮਗਰ ਬਿਠਾ ਲਈ ਰਾਣੀ ਨੂੰ, ਤੇ ਆਪਦਾ ਮਹਿਲਾਂ ਦੇ ਵਿੱਚ ਗਿਆ। ਅੱਗੇ ਦੇਖਿਆ ਬੜੇ ਬੜੇ ਮਹਿਲ, ਨੌਕਰ ਚਾਕਰ, ਬੜਾ ਕੁਛ ਹੈ ਜੀ। ਤੇ ਜਾ ਕੇ ਜਦੋਂ ਵੇਖਿਆ ਤੇ ਰਾਣੀਆਂ ਨੇ ਉਹਨੂੰ ਘੋੜੇ ਦੇ ਉੱਤੋਂ ਲਾਹੀ, ਪਲੰਗ ਦੇ ਉੱਤੇ ਬਿਠਾਈ, ਕੋਈ ਪੱਖੀ ਚੱਲੇ, ਕੋਈ ਪੱਖਾ ਚੱਲੇ, ਕੋਈ ਫਲ ਫਲੂਟ ਲਿਆਵੇ, ਕੋਈ ਕੁਛ, ਉਹਨੂੰ ਪਲੰਗ ਤੋਂ ਪੁੰਜੇ ਪੈਰ ਹੀ ਨਾ ਲਾਉਣ ਦੇ। ਲੈ ਜੀ ਬੜਾ ਖੁਸ਼ ਹੋਇਆ ਪੰਡਤ। ਤਾਂ ਬਾਅਦ 'ਚ ਜਾਂਦਾ ਨਾ ਉੱਥੇ, ਤਾਂ ਉਹ ਭਾਈ ਬੜੀ ਆਪ ਹੀ ਬੜੀ ਖੁਸ਼ ਹੋਈ ਉਹ। ਕੋਈ ਦਿਨ ਕੋਈ 10 ਜਾਂ 5 ਦਿਨ ਟੱਪੇ ਦਾ 20 ਦਿਨ, ਤਾਂ ਉਹ ਕਹਿਣ ਲੱਗੇ, ਰਾਜਾ ਤੇ ਰਾਣੀ ਕਹਿਣ ਲੱਗੇ, ਪੰਡਿਤ ਜੀ ਹੁਣ ਸਾਨੂੰ ਤਾਂ ਲੜਕੀ ਦਾ ਪਤਾ ਨਹੀਂ ਵੀ ਕਿੱਥੇ ਹੈ, ਕਿੱਥੇ ਕਰਕੇ ਆਏ ਤੂੰ, ਕਿੱਥੇ ਨਹੀਂ, ਜਾਂ ਹੈਗੀ ਜਾਂ ਨਹੀਂ, ਭਾਈ ਸਾਨੂੰ ਕੋਈ ਉਹਦੇ ਦੁੱਖ ਤਕਲੀਫ ਦਾ ਪਤਾ ਲਿਆ ਕੇ ਦੇ, ਸੌਖੀ ਹੈ ਜਾਂ ਔਖੀ ਹੈ, ਜਾਂ ਹੈਗੀ ਕਿ ਨਹੀਂ, ਭਾਈ ਸਾਨੂੰ ਪਤਾ ਲਿਆ ਕੇ ਦੇ ਉਹਦਾ। ਪੰਡਤ ਨੇ ਆਖਿਆ ਵੀ ਅੱਗੇ ਤਾਂ ਬਚ ਕੇ ਆ ਗਏ ਸੀ, ਪਰ ਹੁਣ ਨਹੀਂ ਬਚਦੇ। ਜਦੋਂ ਪੰਡਤ ਨੂੰ ਭੇਜਿਆ ਤਾਂ ਉਹ ਬਘਿਆੜ ਜਿਹੜਾ ਸੀ ਉਹ ਰੋਜ਼ਾਨਾ ਉਹ ਨਾ ਬਾਹਰ ਆ ਕੇ ਦੁਨੀਆ ਦੀ ਭਾਖਿਆ ਲੈਂਦਾ ਸੀ ਵੀ ਦੁਨੀਆ ਕਿਸ ਰੰਗਾਂ ਵਿੱਚ ਵਸਦੀ ਹੈ, ਤੇ ਸੀ ਹੇਠਲੇ ਪਤਾਲ ਦਾ ਰਾਜਾ ਉਹ। ਤਾਂ ਜੀ ਉਸਨੇ ਕੀ ਕੀਤਾ, ਪੰਡਤ ਨੂੰ ਭੇਜ ਦਿੱਤਾ, ਤੇ ਉਹ ਬਘਿਆੜ ਉਸੇ ਖੁੱਡ ਦੇ ਕੋਲ ਬੈਠਾ। ਤਾਂ ਬਘਿਆੜ ਕਹਿਣ ਲੱਗਿਆ, ਆਓ ਪੰਡਿਤ ਜੀ, ਆਓ ਪੰਡਿਤ ਜੀ। ਬੜਾ ਖੁਸ਼ ਹੋ ਕੇ ਮਿਲਿਆ ਬਘਿਆੜ, ਤੇ ਪੰਡਤ ਨੂੰ ਤਾਂ ਡਰ ਲੱਗਣਾ ਹੀ ਸੀ, ਉਹ ਤਾਂ ਡਰਦਾ ਹੀ ਸੀ। ਤਾਂ ਉਹ ਕਹਿਣ ਲੱਗਾ, ਜੀ ਪੰਡਿਤ ਜੀ ਤੁਸੀਂ ਡਰੋ ਨਾ, ਕੋਈ ਗੱਲ ਨਹੀਂ, ਆਓ ਤੁਸੀਂ ਮੇਰੇ ਨਾਲ ਚੱਲੋ, ਤੇ ਆਪਾਂ ਚੱਲਦੇ ਹਾਂ, ਲੜਕੀ ਨੂੰ ਤੁਹਾਨੂੰ ਮਿਲਾਉਂਦੇ ਹਾਂ ਚੱਲ ਕੇ। ਜਦੋਂ ਗਿਆ ਤੇ ਅੱਗੇ ਬੈਠਾ, ਮਗਰ ਤੁਰਿਆ ਗਿਆ। ਪੰਡਤ ਕੰਬਦਾ ਤਾਂ ਸੀ, ਕੰਬੀ ਜਾਂਦਾ ਸੀ ਵੀ ਹੁਣ ਮੈਨੂੰ ਖਾਊਗਾ ਲਿਜਾ ਕੇ। ਉਹ ਕਹਿੰਦਾ, ਪੰਡਿਤ ਜੀ ਡਰਨ, ਤੁਸੀਂ ਕੰਬੋ ਨਾ, ਡਰੋ ਨਾ। ਜਦੋਂ ਅੱਗੇ ਗਏ ਤੇ ਵੇਖਿਆ ਪੰਡਤ ਜਿਵੇਂ ਜਿਵੇਂ ਗਾਂਹ ਜਾਣ ਸੁਰੰਗ ਤੋਂ ਅੱਗੇ ਸੜਕਾਂ ਬਣੀਆਂ, ਲਾਈਟਾਂ ਦਿਸਣ। ਇਹਨੇ ਆਖਿਆ ਵੀ ਇਹ ਤਾਂ ਕੋਈ ਕਾਰ ਨਹੀਂ ਹੋ ਰਿਹਾ, ਇਹ ਤਾਂ ਬਘਿਆੜ ਨਹੀਂ। ਉਹਨੇ ਉੱਥੇ ਕੀ ਕੀਤਾ, ਉਹ ਉਸੇ ਤਰ੍ਹਾਂ ਹੀ ਉਹ ਬਘਿਆੜ ਵਾਲਾ ਭੇਸ ਲਾਇਆ ਤੇ ਵਰਦੀ ਪਾਈ, ਤੇ ਕਾਰ ਖੜੀ ਬੜੀ ਚੰਗੀ, ਤੇ ਕਾਰ ਦੇ ਵਿੱਚ ਜਾਂਦਾ, ਕਹੇ ਆਓ ਪੰਡਿਤ ਜੀ ਬੈਠੋ। ਬੈਠ ਕੇ ਕਾਰ ਦੇ ਵਿੱਚ ਜਾ ਕੇ ਵੇਖਿਆ ਲੜਕੀ ਬੈਠੀ ਮੰਜੇ 'ਤੇ, ਕੋਈ ਪਲੰਗ 'ਤੇ, ਕੋਈ ਮੰਜਾ ਪੱਖਾ ਚੱਲੇ, ਕੋਈ ਫਲ ਫਲੂਟ ਲਿਆਵੇ, ਕੋਈ ਕੁਛ ਲਿਆਵੇ, ਕੋਈ ਕੁਛ ਲਿਆਵੇ, ਬੜੀ ਸੇਵਾ ਹੋਈ ਜਾਵੇ। ਪੰਡਤ ਵੇਖ ਕੇ ਬੜਾ ਖੁਸ਼ ਹੈ। ਲੜਕੀ ਦੇ ਸਿਰ 'ਤੇ ਹੱਥ ਰੱਖਿਆ ਪੰਡਤ ਨੇ। ਲੜਕੀ ਨੇ ਆਪਦੇ ਮਾਂ ਪਿਓ ਦਾ ਪੁੱਛਿਆ, ਉਹਨੇ ਵੀ ਪੁੱਛਿਆ ਕਿਉਂ ਬੇਟੇ। ਪੰਡਤ ਨੂੰ ਹਾਲਾਤ ਦਾ ਤਾਂ ਪਤਾ ਹੀ ਲੱਗ ਗਿਆ ਵੀ ਇੱਥੇ ਇੱਧਰ ਸੁੱਖ ਕਿੱਥੇ ਹੋਣਾ। ਹੋਰ ਵੀ ਜਦੋਂ ਰਾਜੇ ਦੇ ਆ ਗਈ ਤਾਂ ਕੁਛ ਦਿਨ ਪੰਡਤ ਰਿਹਾ। ਕਹਿੰਦਾ, ਪੰਡਿਤ ਜੀ ਤੁਸੀਂ ਰਹੋ। ਇੱਕ ਜਿਹੜਾ ਰਾਜਾ ਸੀ ਉਹ ਕਿਸੇ ਦਿਨ ਇੱਕ ਦਿਨ ਵਿੱਚ ਜਾਂਦਾ ਹੁੰਦਾ ਸੀ ਧਰਮਰਾਜ ਕੋਲ ਗੱਲਾਂ ਕਰਨ। ਧਰਮਰਾਜ ਨਾਲ ਗੱਲਾਂ ਬਾਤਾਂ ਕਰਕੇ ਆਉਂਦਾ ਸੀ। ਮੈਂ ਤਾਂ ਜੀ ਉਸਨੇ ਕੀ ਕੀਤਾ, ਕੁਛ ਦਿਨ ਰਿਹਾ ਪੰਡਤ। ਤਾਂ ਇੱਕ ਦਿਨ ਪੰਡਤ ਨੂੰ ਰਾਜਾ ਕਹਿਣ ਲੱਗਿਆ, ਹੇਠਲੇ ਪਤਾਲ ਦਾ ਰਾਜਾ ਕਹਿਣ ਲੱਗਾ ਵੀ ਪੰਡਿਤ ਜੀ ਤੁਸੀਂ ਇੱਥੇ ਲੜਕੀ ਕੋਲ ਰਹੋ ਅਤੇ ਆਪਦਾ ਗੱਲਾਂ ਬਾਤਾਂ ਕਰੋ, ਅਤੇ ਮੈਂ ਜਰਾ ਧਰਮਰਾਜ ਦੀ ਕਚਹਿਰੀ ਜਾ ਆਵਾਂ। ਤਾਂ ਪੰਡਤ ਨੇ ਸੋਚਿਆ ਵੀ ਜ਼ਿੰਦਗੀ 'ਚ ਧਰਮਰਾਜ ਦੀ ਕਚਹਿਰੀ ਤਾਂ ਦੇਖ ਆਈਏ, ਧਰਮਰਾਜ ਹੀ ਦੇਖ ਆਵਾਂਗੇ ਵੀ ਇਹੋ ਜਿਹਾ ਜੇ ਹੋਵੇ ਨਾ ਤਾਂ ਮੈਂ ਨਾਲ ਹੀ ਨਾ ਜਾਵਾਂ। ਤਾਂ ਉਹ ਰਾਜੇ ਨੂੰ ਕਹਿਣ ਲੱਗੇ, ਹੇਠਲੇ ਪਤਾਲ ਨੂੰ, ਕਹਿੰਦੇ ਮਹਾਰਾਜ ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ ਮੈਂ ਵੀ ਸੈਲ ਸਪਾਟਾ ਕਰ ਆਊਂਗਾ, ਅਤੇ ਮੈਨੂੰ ਵੀ ਤੁਸੀਂ ਨਾਲ ਹੀ ਲੈ ਚਲੋ। ਕਹਿੰਦਾ, ਪੰਡਿਤ ਜੀ ਤੁਹਾਡੀ ਖੁਸ਼ੀ ਹੈ, ਚੱਲਣਾ ਚੱਲੋ। ਲੈ ਜੀ ਉਹਨਾਂ ਨੇ ਕੀਤਾ ਅਤੇ ਚਲੇ ਗਏ। ਜਾ ਕੇ ਧਰਮਰਾਜ ਦੀ ਕਚਹਿਰੀ ਗਏ। ਜਦੋਂ ਵੇਖਿਆ ਤਾਂ ਉਹ ਧਰਮਰਾਜ ਦੀ ਕਚਹਿਰੀ ਦੇ 4 ਦਰਵਾਜ਼ੇ ਸੀਗੇ। ਤਾਂ ਉਹਨੂੰ ਪੰਡਤ ਨੂੰ ਫੜਾਤੀਆਂ ਚਾਬੀਆਂ ਉਹ ਦਰਵਾਜ਼ਿਆਂ ਦੀਆਂ, ਅਤੇ ਕਹਿੰਦਾ, ਪੰਡਿਤ ਜੀ 3 ਦਰਵਾਜ਼ਿਆਂ ਦਾ ਸੈਰ ਕਰ ਲਓ, ਤੀਜੇ ਦਰਵਾਜ਼ੇ ਦਾ ਸੈਰ ਨਾ ਕਰਿਓ। ਕਹਿੰਦਾ ਜੀ ਠੀਕ ਹੈ। ਅਤੇ ਮੈਂ ਧਰਮਰਾਜ ਕੋਲ ਜਾ ਕੇ ਗੱਲਾਂ ਕਰਿਆ, ਅਤੇ ਤੁਸੀਂ ਵੇਖੋ ਤੁਰੋ ਫਿਰੋ ਇੱਥੇ ਤੇ ਕਰ ਲਓ ਸੈਰ ਸਪਾਟਾ। ਉਹ ਪੰਡਤ ਨੇ ਆਖਿਆ, ਭਾਵੇਂ ਜੋ ਵੇਖੀਏ ਤਾਂ ਅਸੀਂ ਵੀ ਇਹਨਾਂ ਦਰਵਾਜ਼ਿਆਂ ਦੇ ਵਿੱਚ ਕੀ ਹੈ ਜਿਹੜਾ ਚਾਬੀਆਂ ਮੈਨੂੰ ਫੜਾ ਕੇ ਕਹਿੰਦਾ ਜੀ ਸੈਰ ਨੇ ਇਹਨਾਂ ਦਰਵਾਜ਼ਿਆਂ ਦਾ, ਇੱਕ ਦਰਵਾਜ਼ੇ ਦਾ ਸੈਰ ਨਾ ਕਰੋ, ਤਿੰਨਾਂ ਦਾ ਕਰ ਲਓ, ਤੁਸੀਂ ਕਰ ਲਿਓ ਜੀ। ਜਦੋਂ ਨੇ ਮਗਰੋਂ ਇੱਕ ਦਰਵਾਜ਼ਾ ਖੋਲ੍ਹਿਆ ਅਤੇ ਉੱਥੇ ਚੰਗਾ ਕੀਰਤਨ ਹੋਈ ਜਾਵੇ, ਚੰਗਾ ਪਾਠ ਪੂਜਾ ਚੱਲੀ ਜਾਵੇ, ਤਾਂ ਉਹਨੇ ਪੰਡਤ ਨੇ ਦਵਾ ਬੰਦ ਕਰ ਦਿੱਤਾ। ਕਰਤਾ ਵੀ ਹੁਣ ਦੂਜਾ ਦਰਵਾਜ਼ਾ ਵੇਖੀਏ। ਉੱਧਰੋਂ ਨੂੰ ਡਰ ਕੇ ਉੱਧਰੋਂ ਰਾਜਾ ਵੀ ਨਾ ਆ ਜਾਏ ਛੇਤੀ, ਮੈਂ ਉਹਨੂੰ ਕਿਹਾ ਸੀਗਾ। ਤਾਂ ਦੂਜਾ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਭਾਈ ਚੰਗੇ ਡਾਂਸ ਹੋਈ ਜਾਣ, ਬੜਾ ਕੁਛ ਹੋਈ ਜਾਵੇ, ਅਤੇ ਬਹੁਤ ਕੁਛ ਉਹਨੇ ਦੇਖਿਆ ਜੀ। ਤੀਜਾ ਦਰਵਾਜ਼ਾ ਵੀ ਉਹਨੇ ਦੇਖਿਆ, ਉੱਥੇ ਹੋਰ ਪ੍ਰੋਗਰਾਮ ਚੱਲੀ ਜਾਵੇ ਕੋਈ ਚੰਗਾ ਵਧੀਆ। ਪੰਡਤ ਨੇ ਦੇਖਿਆ ਸਾਰਾ ਕੁਛ, ਕਹਿੰਦਾ ਵੀ ਹੁਣ ਚੌਥੇ ਦਰਵਾਜ਼ੇ ਦੇ ਵਿੱਚ ਪਤਾ ਨਹੀਂ ਕੀ ਕੁਛ ਹੋਊਗਾ, ਉਹ ਵੀ ਦੇਖੀਏ। ਜਿਹੜਾ ਦਰਵਾਜ਼ਾ ਉਹਨੇ ਆਖਿਆ ਸੀ ਨਾ ਵੀ ਇਹ ਦਰਵਾਜ਼ਾ ਨਾ ਖੋਲ੍ਹਿਓ,
ਤੇ ਉਹ ਭਾਈ ਪੰਡਤ ਨੇ ਕੀ ਕੀਤਾ, ਖੋਲ੍ਹ ਲਿਆ ਉਹ ਦਰਵਾਜ਼ਾ। ਜਦੋਂ ਖੋਲ੍ਹਿਆ ਤੇ ਵੇਖਿਆ ਭਾਈ ਉਹਨੇ ਤਾਂ ਅੱਗੇ ਵਿਆਹ ਮਾਤਾ ਖੜੀ। ਵਿਆਹ ਮਾਤਾ ਖੜੀ ਤੇ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਕਹਿੰਦੀ ਤੂੰ ਕੌਣ ਹੈ? ਉਹ ਕਹਿੰਦਾ ਵੀ ਮੈਂ ਤਾਂ ਜੋ ਕੁਛ ਹੈ, ਪਰ ਤੂੰ ਦੱਸ ਤੂੰ ਇੱਥੇ ਕੀ ਆ? ਵਾਲ ਪਿਛਾਂਹ ਵਾਲ ਕੀਤੇ ਹੋਏ ਏਡੇ ਏਡੇ ਦੰਦ। ਤੇ ਉਹ ਕਹਿੰਦਾ ਵੀ ਤੂੰ ਦੱਸ ਤੂੰ ਕੀ ਇੱਥੇ ਕੀ ਕਰਦੀ ਹੈ? ਪੰਡਤ ਕਹਿਣ ਲੱਗਿਆ। ਉਹ ਕਹਿੰਦੀ ਜੀ ਮੈਂ ਵਿਆਹ ਮਾਤਾ, ਤੂੰ ਮੈਨੂੰ ਜਾਣਦਾ ਨਹੀਂ? ਮੈਂ ਵਿਆਹ ਮਾਤਾ, ਮੈਂ ਕਹਿੰਦੇ ਮੈਂ ਸੰਜੋਗ ਲਿਖਦੀ ਹਾਂ। ਆਖੇ ਮੈਂ ਸੰਜੋਗ ਲਿਖਦੀ ਹਾਂ। ਉਹ ਕਹਿੰਦਾ ਪੰਡਤ ਦੀ ਲੜਕੀ ਵੀ ਜਵਾਨ ਸੀ। ਉਹ ਕਹਿੰਦਾ ਕਿਤੇ ਮੇਰੇ ਨਾਲ ਵੀ ਇਹੋ ਕੰਮ ਨਾ ਹੋਵੇ। ਉਹ ਕਹਿੰਦਾ ਪੁੱਛ ਹੀ ਲਈਏ ਮੇਰੀ ਲੜਕੀ ਦੇ ਸੰਜੋਗ ਕਿਵੇਂ ਹੈ। ਤੇ ਪੰਡਤ ਨੇ ਪੁੱਛਿਆ ਮੇਰੀ ਲੜਕੀ ਦੇ ਸੰਜੋਗ ਕਿਵੇਂ ਹੈ? ਉਹ ਕਹਿੰਦਾ ਵੀ ਤੇਰੀ ਲੜਕੀ ਦੇ ਸੰਜੋਗ ਜਿਹੜਾ ਆਪਣਾ ਭੰਗੀ ਹੈ ਰਾਜੇ ਦੇ ਘਰੇ ਕੰਮ ਕਰਦਾ, ਤੇਰੀ ਲੜਕੀ ਦੇ ਸੰਜੋਗ ਉਹਦੇ ਨਾਲ ਹੈ, ਉੱਥੇ ਹੋਣਗੇ। ਉਹ ਕਹਿੰਦਾ ਜੀ ਮੈਂ ਤਾਂ ਇਹ ਹੋਣ ਹੀ ਨਹੀਂ ਦਿੰਦਾ। ਕਹਿੰਦਾ ਇਹ ਗੱਲ ਮੈਂ ਹੋਣ ਨਹੀਂ ਦਿੰਦਾ। ਕਹਿੰਦਾ ਇਹ ਤਾਂ ਪੰਡਿਤ ਜੀ ਤਾਂ ਜਿਹੜੀ ਮੈਂ ਲਿਖਤੇ ਤਾਂ ਹੋਣਗੇ। ਪੰਡਿਤ ਵਾਪਸ ਆਉਂਦਾ। ਜਦੋਂ ਵਾਪਸ ਆਉਂਦਾ ਰਾਜੇ ਦੇ ਨਾਲ, ਉਹ ਰਾਜਾ ਪੁੱਛਦਾ ਕਿਉਂ ਪੰਡਿਤ ਜੀ ਤੂੰ ਚੌਥਾ ਦਰਵਾਜ਼ਾ ਤਾਂ ਨਹੀਂ ਖੋਲ੍ਹਿਆ? ਕਹਿੰਦਾ ਜੀ ਨਹੀਂ ਖੋਲ੍ਹਿਆ। ਅਤੇ ਉਹ ਜਦੋਂ ਵਾਪਸ ਆਏ ਉੱਥੇ ਆਪਦੇ ਹਸਪਤਾਲ ਜਦੋਂ ਆਏ ਤਾਂ ਉਹਨਾਂ ਨੇ ਪੰਡਿਤ ਨੂੰ ਹੁਣ ਕਾਹਲ। ਕਹਿੰਦਾ ਜੀ ਮੈਂ ਹੁਣ ਜਾਵਾਂ। ਉਹ ਕਹਿੰਦਾ ਪੰਡਿਤ ਜੀ ਰਹੋ ਹੋਰ 2-4 ਦਿਨ। ਕਹਿੰਦਾ ਜੀ ਨਹੀਂ ਮੈਂ ਹੁਣ ਜਾਣਾ ਪਿੱਛੇ, ਵੀ ਜਾ ਕੇ ਇਹਨਾਂ ਲੜਕੀ ਦਾ ਵੀ ਦੱਸਣਾ ਭਾਈ ਠੀਕ ਠਾਕ ਹੈ ਜਾਂ ਕਿਵੇਂ ਹੈ। ਤਾਂ ਕਹਿੰਦਾ ਪੰਡਿਤ ਜੀ ਚੰਗਾ ਤੇਰੀ ਮਰਜ਼ੀ ਹੈ। ਪੰਡਿਤ ਨੂੰ ਉਹ ਬਾਹਰ ਲੈ ਆਇਆ ਖੁੜ ਤੋਂ ਲਿਆ ਕੇ, ਤੇ ਕਹਿੰਦਾ ਪੰਡਿਤ ਜੀ ਜਾਓ ਅਤੇ ਲੜਕੀ ਦਾ ਦੱਸੋ ਜਾ ਕੇ, ਵੀ ਸੁੱਖ ਸੁਨੇਹਾ ਦਿਓ ਕੋਈ ਜਾ ਕੇ। ਜਦੋਂ ਗਿਆ ਤੇ ਉਹਨੇ ਇੱਕ ਪੰਡਿਤ ਨੇ ਕੀਤਾ, ਉੱਥੋਂ 2 ਤਰਬੂਜ ਤੋੜ ਲਿਆਇਆ ਧਰਮਰਾਜ ਦੀ ਕਚਹਿਰੀ 'ਚੋਂ। ਉਹ ਤਰਬੂਜ ਵੀ ਕੋਈ ਐਸੇ ਸੀ ਉਹ ਆਪਣੇ ਇੱਥੇ ਹੁੰਦੇ ਹੀ ਨਹੀਂ ਸੀ, ਵੀ ਕਿਤੇ ਮਿਲਦੇ ਹੀ ਨਹੀਂ ਸੀ। 2 ਤਰਬੂਜ ਤੋੜ ਲਿਆਇਆ ਤੇ ਉਹ ਲੁਕੋ ਕੇ ਤੋੜ ਲਿਆ। ਤੇ ਜਦੋਂ ਪੰਡਿਤ ਨੂੰ ਕਹਿੰਦਾ ਵੀ ਚੰਗਾ ਪੰਡਿਤ ਜੀ ਚੱਲਣਾ ਤਾਂ ਫਿਰ ਚੱਲੋ। ਤਾਂ ਰਾਜਾ ਉਹਨੂੰ ਬਾਹਰ ਛੱਡ ਕੇ ਤੇ ਕਹਿੰਦਾ ਚੰਗਾ ਪੰਡਿਤ ਜੀ ਜੋ ਫੇਰ ਮਿਲਣਾ ਹੋਵੇ ਤਾਂ ਮੈਂ ਤੁਹਾਨੂੰ ਇੱਥੇ ਮਿਲੂੰਗਾ। ਪੰਡਿਤ ਘਰੇ ਆ ਗਿਆ। ਘਰੇ ਆ ਕੇ ਰਾਜੇ ਨੂੰ ਕਹਿਣ ਲੱਗਿਆ ਵੀ ਰਾਜਾ ਜੇ ਮੇਰੀ ਇੱਕ ਗੱਲ ਮੰਨੇ ਤਾਂ ਫਿਰ ਮੈਂ ਵੀ ਤੇਰੇ ਨਾਲ ਇੰਨਾ ਚਿਰ ਵੀ ਆਹ ਕੁਛ ਕਰਤਾ ਹੈ ਤੇ ਤੇਰੇ ਹਰ ਗੱਲ ਮੰਨੀ ਹੈ ਮੈਂ, ਤੇ ਤੁਸੀਂ ਮੇਰੀ ਗੱਲ ਮੰਨੋ ਇੱਕ। ਕਹਿੰਦਾ ਵੀ ਦੱਸ ਜੇ ਕੋਈ ਮੰਨਣ ਵਾਲੀ ਤਾਂ ਹੋਈ ਤਾਂ ਮੰਨੂ। ਰਾਜੇ ਨੂੰ ਕਹਿੰਦਾ ਜਿਹੜਾ ਆਪਣੇ ਇੱਥੇ ਭੰਗੀ ਲੜਕਾ ਕੰਮ ਕਰਦਾ ਨਾ ਤੇ ਉਹਨੂੰ ਤੁਸੀਂ ਮਰਵਾ ਦਿਓ। ਉਹ ਰਾਜਾ ਕਹਿਣ ਲੱਗਾ, ਰਾਜੇ ਦੇ ਪੈਰਾਂ ਹੇਠੋਂ ਮਿੱਟੀ ਖਿਸਕੀ। ਕਹਿੰਦਾ ਵੀ ਇਹ ਤਾਂ ਬਹੁਤ ਬੁਰੀ ਗੱਲ ਹੈ। ਇਹਦਾ ਦਾਦਾ ਪੜਦਾਦਾ ਇਹਨਾਂ ਦਾ ਸਦੀਆਂ ਤੋਂ ਸਾਡੇ ਕੰਮ ਕਰਦਾ ਆਇਆ ਤੇ ਮੈਂ ਇਹ ਕੰਮ ਨਹੀਂ ਕਰਦਾ। ਤੇ ਫਿਰ ਆਖਿਰ ਹੋਰ ਕਿਵੇਂ ਕਰੋਗੇ? ਪੰਡਿਤ ਕਹਿੰਦਾ ਵੀ ਮੈਂ ਕਿਤੇ ਥੋੜ੍ਹੇ ਦਿਨਾਂ ਵਾਸਤੇ ਕਿਸੇ ਪਾਸੇ ਭੇਜ ਸਕਦਾ ਜਿੱਥੇ ਤੂੰ ਕਵੇਂ, ਤੇ ਮੈਂ ਮਰਵਾ ਨਹੀਂ ਸਕਦਾ। ਉਹ ਕਹਿੰਦਾ ਜੀ ਚਲੋ ਠੀਕ ਹੈ। ਉਹ ਕਹਿੰਦਾ ਜੀ ਫਿਰ ਜੇ ਆਹ 2 ਤਰਬੂਜ ਹੈ ਇਹਨਾਂ ਨਾਲ ਦੇ ਤਰਬੂਜ ਲਿਆ ਦੇ ਤੇ ਫਿਰ ਆ ਜੇ। ਅਖੇ ਉਹਨੂੰ ਪਤਾ ਸੀ ਵੀ ਨਾ ਧਰਮਰਾਜ ਦੀ ਕਚਹਿਰੀ ਪਹੁੰਚੇ ਨਾ ਇਹ ਤਰਬੂਜ ਲਿਆਵੇ ਤੇ ਉਧਰ ਆਪੇ ਕਿਤੇ ਮਰ ਖਪ ਜਾਊਗਾ, ਮੈਂ ਲੜਕੀ ਦਾ ਕਿਤੇ ਹੋਰ ਕਰ ਦੂੰਗਾ।